ਜਗਮੋਹਨ ਸਿੰਘ ਪੱਟੀ ਐਡਵੋਕੇਟ ਅੱਜ YouTube ਚੈਨਲ ਤੇ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰਨ ਲੱਗਾ। ਅੱਜ ਦੀ ਬੜੀ ਸਨਸਨੀ ਖੇਜ ਖਬਰ ਜਿਹੜੀ ਹੈ ਉਹ ਇਹੀ ਹੈ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਮੈਂ ਇੱਕ ਵਾਰੀ ਨਹੀਂ ਦੋ ਵਾਰੀ ਇਹ ਗੱਲ ਕਹੀ ਸੀ ਆਪਣੀ ਇਸੇ ਦਿਲ ਦੇ ਚੈਨਲ YouTube ਤੇ। ਕੈਪਟਨ ਦਾ ਬਿਸਤਰਾ ਗੋਲ ਤੇ ਕੈਪਟਨ ਸਰਕਾਰ ਚੰਦ ਦਿਨਾਂ ਦੀ ਪ੍ਰਾਹੁਣੀ ਜਾਂ ਚੰਦ ਘੰਟਿਆਂ ਦੀ ਪ੍ਰਾਹੁਣੀ, ਤੇ ਉਦੋਂ ਮੇਰੀ ਗੱਲ ਤੇ ਕਿਸੇ ਨੇ ਗੌਰ ਨਹੀਂ ਫਰਮਾਇਆ। ਜੇ ਉਦੋਂ ਵੀ ਗੌਰ ਫਰਮਾਇਆ ਜਾਂਦਾ ਤਾਂ ਇਹ ਜਿਹੜੀ ਅੰਦਰ ਤੁਕ ਚੱਲ ਰਹੀ ਸੀ ਉਹਦੇ ਉੱਤੇ ਇੱਕ ਚੰਗੀ ਵਿਚਾਰ ਚਰਚਾ ਜਿਹੜੀ ਅੱਜ ਹੋ ਰਹੀ ਹੈ ਉਸ ਤੋਂ ਕੈਪਟਨ ਸਾਹਿਬ ਨੂੰ ਇਹ ਬਚਾਅ ਹੋ ਸਕਦਾ ਸੀ, ਸਾਰਾ ਕੁਝ ਹੋ ਸਕਦਾ ਸੀ। ਕੈਪਟਨ ਸਾਹਿਬ ਆਪਣੀ ਜਿਹੜੀ ਹੈ ਇਹ ਗੱਲ ਕਹੀ ਜਾਵੇ ਕਿ ਉਹਨਾਂ ਨੇ ਆਪਣੇ ਪੈਰਾਂ 'ਤੇ ਕੁਹਾੜੀ ਨਹੀਂ ਮਾਰੀ, ਪਈ ਕੁਹਾੜੀ 'ਤੇ ਜਾ ਕੇ ਪੈਰ ਮਾਰਿਆ, ਤੇ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ। ਕਿਉਂ? ਉਹਦਾ ਕਾਰਨ ਇਹ ਹੈ, ਜਦੋਂ ਵੀ ਕੈਪਟਨ ਸਾਹਿਬ ਨੂੰ ਕੋਈ ਵੀ ਕਿਸੇ ਵੀ ਪੱਖ ਤੋਂ, ਜੇ ਉਹਨਾਂ ਦਾ 52 ਸਾਲ ਦਾ ਕੈਰੀਅਰ ਹੈ, ਪੋਲੀਟੀਕਲ ਕੈਰੀਅਰ ਹੈ, ਉਹਨਾਂ ਨੇ ਕਈ ਦੋਸਤ ਬਣਾਏ ਆ, ਤੇ ਉਹਨਾਂ ਨੂੰ ਇਹ ਵੀ ਕਹਿਣਾ ਚਾਹੀਦਾ ਹੈ ਜਿਹੜੇ ਮੈਂ ਦੁਸ਼ਮਣ ਬਣਾਏ ਨੇ ਉਹਨਾਂ ਤੋਂ ਵੀ ਮੈਂ ਬੜਾ ਕੁਝ ਸਿੱਖਿਆ। ਜੇ ਦੋਸਤਾਂ ਤੋਂ ਸਿੱਖਿਆ ਤੇ ਦੁਸ਼ਮਣਾਂ ਤੋਂ ਵੀ ਸਿੱਖਿਆ। ਔਰ ਜੇ ਇਹ ਕਿਹਾ ਜਾਵੇ ਕਿ ਕੈਪਟਨ ਸਾਹਿਬ ਨੇ ਇਹ ਗੱਲ ਕਹਿ ਕੇ ਕਿ ਇੱਕ ਵਾਰੀ ਮੈਂ ਉਹਨਾਂ ਦੇ ਜਿਹੜੇ ਇਹ ਮੰਤਰੀਆਂ ਨੂੰ ਪਦ ਦੇ ਦਿੱਤੇ ਗਏ ਸੀ MLA ਦੇ, ਔਰ MLA ਜਿਹੜੇ ਸੀ ਉਹਨਾਂ ਨੂੰ ਕੋਈ ਖਾਸ ਸਪੈਸ਼ਲ ਦਰਜੇ ਦੇ ਕੇ ਇੱਕ ਕੈਬਨਿਟ ਦੀ ਬੈਕਡੋਰ ਐਂਟਰੀ ਜਿਹੜੀ ਹੈ ਉਹਨੂੰ ਵਧਾਉਣ ਦੇ ਲਈ ਕੈਪਟਨ ਸਰਕਾਰ ਨੇ ਕੌਂਸਟੀਟਿਊਸ਼ਨ ਦੀ ਜਿਹੜੀ ਮੱਦ ਹੈ ਉਹਨੂੰ ਡਿਫਿਊਜ਼ ਕਰਨ ਦੀ ਖਾਤਰ ਉਹਨਾਂ ਨੂੰ ਕੁਝ MLA ਸਾਹਿਬਾਨਾਂ ਨੂੰ ਮੰਤਰੀ ਪਦ ਦੇ ਦਰਜੇ ਦਿੱਤੇ ਗਏ ਸਨ, ਜਿਹੜੇ ਕਿ ਸੰਵਿਧਾਨ ਦੇ ਮੁਤਾਬਕ ਕਿਸੇ ਤਰ੍ਹਾਂ ਵੀ ਮਾਨਣੀय ਨਹੀਂ। ਮੈਂ ਉਹਦੀ ਰਿਟ ਪਾਈ ਸੀ। ਉਸ ਵੇਲੇ ਕੈਪਟਨ ਸਾਹਿਬ ਨੇ ਇਹ ਕਿਹਾ ਸੀਗਾ ਇਹ ਵਿਲੇ ਵਕੀਲ ਦਾ ਕੰਮ ਹੈ, ਤੇ ਮੈਂ ਕੈਪਟਨ ਸਾਹਿਬ ਨੂੰ ਜਵਾਬ ਦਿੱਤਾ ਸੀਗਾ, ਕੈਪਟਨ ਸਾਹਿਬ ਜੇ ਇਹ ਵਿਲੇ ਵਕੀਲ ਦਾ ਕੰਮ ਹੈ, ਆਪਣਾ ਜਿਹੜਾ ਪੜ੍ਹਿਆ ਲਿਖਿਆ ਐਡਵੋਕੇਟ ਜਨਰਲ ਲਾਇਆ ਜੇ, ਆਪਣੀ ਜਿਹੜੀ ਪੜ੍ਹੀ ਲਿਖੀ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਟੀਮ ਲਾਈ ਜੇ, ਉਹਨਾਂ ਨੂੰ ਆ ਕੇ ਕਹੋ ਕਿ ਮੇਰੇ ਇਸ ਚੈਲੰਜ ਨੂੰ ਜਿਹੜਾ ਮੈਂ ਹਾਈ ਕੋਰਟ ਕੀਤਾ ਤੁਹਾਡੀ ਇਸ ਆਰਡਰਾਂ ਦੀ ਅਥਾਰਟੀ ਨੂੰ, ਉਹਨੂੰ ਜਾ ਕੇ ਡਿਫੈਂਡ ਕਰ ਲੈਣ। ਕੈਪਟਨ ਸਾਹਿਬ ਨੇ ਕਦੀ ਅਕਲ ਦੀ ਗੱਲ ਕਿਤੋਂ ਵੀ ਆਈ ਹੈ, ਮੇਰੇ ਵਰਗੇ ਵਿਹਲੇ ਵਕੀਲ ਕੋਲੋਂ ਵੀ ਆਈ ਹੈ, ਉਹਦੇ ਉੱਤੇ ਵੀ ਤਵੱਜੋ ਦੇਣ ਦਾ ਯਤਨ ਨਹੀਂ ਕੀਤਾ, ਕਿਉਂਕਿ ਕੈਪਟਨ ਸਾਹਿਬ ਆਪਣੇ ਸੀਸਵਾਂ ਦੇ ਜਿਹੜੇ ਮਹਿਲ ਛਾਪੇ ਨੇ ਉੱਥੇ ਬਣਾਏ ਨੇ, ਉੱਥੇ ਖੜੇ ਕੀਤੇ ਨੇ, ਉਹ ਸਾਰੀਆਂ ਕੀਤੀਆਂ, ਉਹਨਾਂ ਵਿੱਚੋਂ ਬਾਹਰ ਨਿਕਲਣ ਦੀ ਨਾ ਫੁਰਸਤ ਸੀ ਤੇ ਰੁਖਸਤ ਤਾਂ ਉਹਨਾਂ ਨੇ ਕੀ ਲੈਣੀ ਸੀ ਉੱਥੋਂ। ਇਸੇ ਤਰ੍ਹਾਂ ਦਾ ਉਹਨਾਂ ਦਾ ਐਡਵੋਕੇਟ ਜਨਰਲ ਸੀ, ਪੜ੍ਹਿਆ ਲਿਖਿਆ ਐਡਵੋਕੇਟ ਜਨਰਲ ਹੋਵੇ, ਔਰ ਜੇ ਉਹਦਾ ਕੁਆਲੀਫਿਕੇਸ਼ਨ ਗ੍ਰਾਫ ਦੇਖਿਆ ਜਾਏ ਤੇ ਮੇਰਾ ਖਿਆਲ ਹੈ ਬੰਦਾ ਸਾਰੀ ਉਮਰ ਵਿੱਚ ਇੰਨਾ ਐਕਵਾਇਰ ਨਹੀਂ ਕਰ ਸਕਦਾ ਪੜ੍ਹ ਲਿਖ ਕੇ ਜਿੰਨਾ ਉਹਨਾਂ ਦਾ ਇਹ ਗ੍ਰਾਫ ਦਿੱਤਾ ਗਿਆ। ਇਹਦੇ ਉੱਤੇ ਜਿਹੜੀ ਇਹ ਸੋਚ ਵਿਚਾਰ ਕਰਨ ਦੀ ਗੱਲ ਸੀ। ਕੈਪਟਨ ਸਾਹਿਬ ਨੇ 4.5 ਸਾਲ ਦੇ ਵਿੱਚ ਜਿਹੜੀਆਂ ਆਪਣੀਆਂ ਨਾਕਾਮੀਆਂ ਦੀ ਲਿਸਟ ਹੈ, ਉਹਨਾਂ ਦੇ ਮੰਤਰੀ ਸਾਹਿਬਾਨਾਂ ਨੇ ਉਹਨਾਂ ਨੂੰ ਪਿਨ ਪੁਆਇੰਟ ਕੀਤੀ ਹੈ, ਬਾਰ-ਬਾਰ ਪਿਨ ਪੁਆਇੰਟ ਕੀਤੀ ਹੈ। ਕੈਪਟਨ ਸਾਹਿਬ ਇਹ ਗੱਲਾਂ ਦੇ ਉੱਤੇ ਗੁਰੇਜ਼ ਕਰੋ, ਤੁਸੀਂ ਆਪਣੇ MLA ਸਾਹਿਬਾਨ ਨੂੰ ਨਹੀਂ ਮਿਲਦੇ, ਆਪਣੇ ਵਰਕਰਾਂ ਨੂੰ ਨਹੀਂ ਮਿਲਦੇ, ਤੇ ਕਾਂਗਰਸ ਦਾ ਫਿਊਚਰ ਕੀ ਹੋਏਗਾ। ਇਹ ਜਿਹੜਾ ਇੱਕ ਐਡਾ ਵੱਡਾ ਲੈਸਨ ਹੈ ਜਿਹੜਾ ਅੱਜ ਦਾ ਸਮੀਕਰਨ ਹੋਇਆ ਪੰਜਾਬ ਦੇ ਵਿੱਚ, ਇਹ ਅਕਾਲੀ ਦਲ ਬਾਦਲਾਂ ਲਈ ਵੀ ਇੱਕ ਖਤਰੇ ਦੀ ਘੰਟੀ ਹੈ। ਜੇ ਕੋਈ ਹੋਰ ਪਾਰਟੀ BJP ਹੈ ਜਾਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸੁਣ ਰਹੇ ਨੇ ਜਾਂ ਕੋਈ ਹੋਰ ਸੁਣ ਰਹੇ ਨੇ, ਇਹ ਖਤਰੇ ਦੀ ਘੰਟੀ ਉਹਨਾਂ ਲਈ ਵੀ ਹੈ। ਕਿਉਂਕਿ ਬਰਗਾੜੀ ਕਾਂਡ ਦੇ ਉੱਤੋਂ ਹੀ ਅਕਾਲੀ ਦਲ ਤੇ BJP ਦੀ ਜਿਹੜੀ ਮਿਲੀ ਭੁਗਤ ਵਾਲੀ ਸਰਕਾਰ ਸੀ ਉਹਦਾ ਭੋਗ ਪਿਆ ਸੀ, ਤੇ ਕੈਪਟਨ ਸਰਕਾਰ ਆਈ ਸੀ। ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਖਾ ਕੇ ਸਹੁੰ ਚੁੱਕੀ ਸੀ ਕਿ ਮੈਂ ਆਹ 4-5 ਕੰਮ ਚੰਗੇ ਕਰਾਂਗਾ ਪੰਜਾਬ ਦੇ ਲਈ। ਨਸ਼ਿਆਂ ਦਾ ਜਿਹੜਾ ਕੰਮ ਸੀ ਸਭ ਤੋਂ ਪ੍ਰਾਇਰਟੀ ਦੇ ਉੱਤੇ ਸੀ, ਰੁਜ਼ਗਾਰ ਦੇਣਾ ਸਭ ਤੋਂ ਪ੍ਰਾਇਰਟੀ ਦੇ ਉੱਤੇ ਸੀ, ਲੇਕਿਨ ਉਹਨਾਂ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ। ਹੋਰ ਤਾਂ ਹੋਰ ਉਹ ਆਪਣੀ ਸਿੱਟ ਜਿਹੜੀ ਸੀਗੀ ਬਰਗਾੜੀ ਕਾਂਡ ਦੇ ਉੱਤੇ ਤਫਤੀਸ਼ ਕਰ ਰਹੀ ਸੀ, ਪੜਤਾਲ ਕਰ ਰਹੀ ਸੀ, ਉਸ ਨੂੰ ਵੀ ਡਿਫੈਂਡ ਨਹੀਂ ਕਰ ਸਕੇ, ਜਿਸ ਦੇ ਸਿੱਟੇ ਵਜੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਸਿੱਟ ਦੇ ਹੈੱਡ ਸਨ ਉਹਨਾਂ ਨੂੰ ਰਿਜ਼ਾਈਨ ਕਰਨਾ ਪੈ ਗਿਆ। ਕਦੀ ਕੈਪਟਨ ਸਾਹਿਬ ਨੇ ਇਸ ਗੱਲ ਨੂੰ ਵਿਚਾਰਿਆ? ਅੱਜ ਕੈਪਟਨ ਸਾਹਿਬ ਕਹਿੰਦੇ ਨੇ ਮੈਨੂੰ 3 ਵਾਰੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਬੁਲਾਇਆ ਗਿਆ ਤੇ ਮੈਨੂੰ ਨਮੋਸ਼ੀ ਝੱਲਣੀ ਪਈ ਹੈ, ਮੈਂ ਇਹ ਨਮੋਸ਼ੀ ਬਾਰ-ਬਾਰ ਸਹਿਣ ਨਹੀਂ ਕਰ ਸਕਦਾ। ਕੈਪਟਨ ਸਾਹਿਬ ਤੁਸੀਂ 4.5 ਸਾਲ ਦੇ ਵਿੱਚ ਜਿੰਨੀਆਂ ਨਮੋਸ਼ੀਆਂ ਆਈਆਂ ਤੁਹਾਡੇ ਉੱਤੇ ਐਡਵੋਕੇਟ ਜਨਰਲ ਦੀ ਬਦੌਲਤ ਆਈਆਂ ਹੈ। ਐਡਵੋਕੇਟ ਜਨਰਲ ਦੇ ਬਦੌਲਤ ਦੇ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਉਹਨਾਂ ਦੀ ਜੋ ਨਾਕਾਮੀ ਬਰਗਾੜੀ ਕਾਂਡ ਦੇ ਜਿਹੜੇ ਵੀ ਮੁਲਜ਼ਮ ਸਨ ਉਹਨਾਂ ਦੇ ਕੇਸਾਂ ਵਿੱਚ ਉਹ ਬੁਰੀ ਤਰ੍ਹਾਂ ਨਾਕਾਮ ਰਹੇ।
ਹੋਰ ਤਾਂ ਹੋਰ ਕੋਈ ਵੀ ਇੱਕ ਐਸਾ ਕੇਸ ਪੰਜਾਬ ਸਰਕਾਰ ਦਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਜਿੱਤ ਕੇ ਨਹੀਂ ਦਿੱਤਾ ਆਪਣੇ ਤੌਰ ਤੇ, ਆਪਣੇ ਬਲਬੂਤੇ ਤੇ, ਸਵਾਏ ਇਸ ਦੇ ਕਿ ਉਹਨਾਂ ਨੇ ਦਿੱਲੀ ਤੋਂ ਵਕੀਲ ਬੁਲਾਏ। ਉਹਨਾਂ ਨੇ ਵੀ ਆਪਣੀਆਂ ਮਿਲੀਆਂ ਭੁਗਤਾਂ ਤੇ ਸਾਂਝਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਵਧਾਉਣ ਦਾ, ਪ੍ਰਫੁੱਲਤ ਕਰਨ ਦਾ ਇੱਕ ਮੌਕਾ ਲੱਭਿਆ। ਔਰ ਪੰਜਾਬ ਨੂੰ ਕੀ ਦਿੱਤਾ? ਪੰਜਾਬ ਨੂੰ ਆਰਥਿਕ ਮੰਦਵਾੜਾ ਦਿੱਤਾ। ਔਰ ਇਸ ਆਰਥਿਕ ਮੰਦਵਾੜੇ ਦੀ ਦੇਣ ਜਿਹੜੀ ਸੀਗੀ ਉਹਦੇ ਉੱਤੇ ਤੁਸੀਂ ਨੱਥ ਪਾਉਣ ਦਾ ਯਤਨ ਨਹੀਂ ਕੀਤਾ। ਤੁਸੀਂ ਇਹ ਸੋਚ ਲਿਆ ਕਿ ਮੈਂ ਮੁੱਖ ਮੰਤਰੀ ਬਣ ਗਿਆ, ਮੈਂ ਇਹ ਸਟੇਟਮੈਂਟ ਦੇ ਦਿੱਤੀ ਹੈ ਕਿ ਇਹ ਮੇਰੀ ਲਾਸਟ ਟਰਮ ਹੈ, ਇਸ ਤੋਂ ਬਾਅਦ ਮੈਂ ਅੱਗੇ ਨਹੀਂ ਆਉਣਾ। ਜੇ ਅੱਗੇ ਨਹੀਂ ਆਉਣਾ ਤਾਂ ਫਿਰ ਇੰਨਾ ਸ਼ੌਕ ਕਰਨ ਦੀ ਜਾਂ ਇਹਨਾਂ ਜਿਹੜਾ ਆਪਸ ਵਿੱਚ ਮਾਤਮ ਮਨਾਉਣ ਦੀ ਕੀ ਜ਼ਰੂਰਤ ਹੈ ਕਿ ਤੁਹਾਨੂੰ ਜੇ ਤੁਸੀਂ ਆਉਣਾ ਹੀ ਨਹੀਂ ਕੈਪਟਨ, ਤੇ ਫਿਰ ਤੁਹਾਡੇ ਵੱਲੋਂ ਕੋਈ ਵੀ ਆਵੇ ਮੁੱਖ ਮੰਤਰੀ ਪੰਜਾਬ ਦਾ, ਤੁਸੀਂ ਆਪਣੀ ਜੋ ਕਾਰਗੁਜ਼ਾਰੀ ਜਾਂ ਬੇਰੁਜ਼ਗਾਰੀ ਜਾਂ ਕੋਈ ਵੀ ਰੁਜ਼ਗਾਰੀ ਕਰਨੀ ਸੀਗੀ ਉਹ ਤੁਸੀਂ ਕਰਕੇ ਪੰਜਾਬ ਦੇ ਲੋਕਾਂ 'ਤੇ ਇੱਕ ਬੜਾ ਵੱਡਾ ਜਿਹੜਾ ਅਹਿਸਾਨ ਕਰਕੇ ਜਾ ਰਹੇ ਹੋ। ਔਰ ਇਸ ਅਹਿਸਾਨ ਦੀ ਜਿਹੜੀ ਦੇਣ ਹੈ ਅਕਾਲੀਆਂ ਲਈ ਵੀ ਸਬਕ ਹੈ, ਆਮ ਆਦਮੀ ਪਾਰਟੀ ਲਈ ਵੀ ਸਬਕ ਹੈ, ਅਤੇ ਬੀਜੇਪੀ ਜਿਹੜੀ ਸੋਚ ਰਹੀ ਹੈ ਕਿ ਅਸੀਂ ਪੰਜਾਬ ਦੀਆਂ 117 ਸੀਟਾਂ ਲੜਨੀਆਂ, ਅਤੇ ਉਹਨਾਂ ਨੇ ਕੈਪਟਨ ਸਾਹਿਬ ਨੂੰ ਅੱਜ ਆਫਰ ਵੀ ਕਰ ਦਿੱਤਾ ਹੈ ਕਿ ਤੁਸੀਂ ਸਾਡੇ ਵਿੱਚ ਆ ਜਾਓ। ਉਹਨਾਂ ਲਈ ਵੀ ਇੱਕ ਬੜੀ ਵੱਡੀ ਜਿਹੜੀ ਹੈ ਇੱਕ ਚੇਤਾਵਨੀ ਹੈ। ਇਹ ਚੇਤਾਵਨੀ ਜਿਹੜੀ ਅੱਜ ਆਈ ਹੈ ਇਹ ਪੰਜਾਬ ਦੇ ਲੋਕਾਂ ਵੱਲੋਂ ਆਈ ਹੈ ਚੇਤਾਵਨੀ, ਇਹ ਕਿਸੇ ਦੀ ਨਾਕਾਮੀ ਨਹੀਂ ਹੈ। ਇਹ ਨਾਕਾਮੀਆਂ ਜਿਹੜੀਆਂ ਨੇ ਜਿਹੜੇ ਵੀ ਪੋਲੀਟੀਸ਼ੀਅਨਸ ਦੀਆਂ, MLA ਸਾਹਿਬਾਨ ਦੀਆਂ ਜਾਂ MP ਦੀਆਂ ਆਉਣਗੀਆਂ, ਉਹ ਚੇਤਾਵਨੀਆਂ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਪੰਜਾਬ ਦੇ ਲੋਕ ਇਸ ਵੇਲੇ ਬੜੇ ਜਾਗਰੂਕ ਨੇ। ਪੰਜਾਬ ਦੇ ਹਰ ਵਰਗ ਦੀ ਵਸੋਂ ਨੇ, ਭਾਵੇਂ ਉਹ ਮਜ਼ਦੂਰ ਹੈ, ਭਾਵੇਂ ਉਹ ਕਿਸਾਨੀ ਹੈ, ਭਾਵੇਂ ਕਿਸਾਨਾਂ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਨੇ ਸੱਜਣ ਮਿੱਤਰ, ਭਾਵੇਂ ਉਹ ਟਰੇਡਰ ਨੇ, ਭਾਵੇਂ ਉਹ ਛੋਟੇ ਦੁਕਾਨਦਾਰ ਨੇ, ਭਾਵੇਂ ਉਹ ਵੱਡੇ ਦੁਕਾਨਦਾਰ ਨੇ, ਭਾਵੇਂ ਬਿਜ਼ਨਸਮੈਨ ਨੇ, ਭਾਵੇਂ ਇੰਡਸਟਰੀਅਲਿਸਟ ਨੇ, ਕੋਈ ਵੀ ਹੈ, ਕਿਸੇ ਵੀ ਵਰਗ ਵਿੱਚੋਂ ਹੈ। ਇਸ ਵੇਲੇ ਹਰ ਬੰਦਾ ਜਿਹੜਾ ਕੇਂਦਰ ਸਰਕਾਰ ਦੀਆਂ ਨਾਕਾਮੀਆਂ ਤੋਂ ਵੀ ਜਿਹੜਾ ਖੁਸ਼ ਨਹੀਂ, ਅਤੇ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਤੋਂ ਵੀ ਜਿਹੜਾ ਉਹ ਖੁਸ਼ ਨਹੀਂ ਸੀ, ਕਿਉਂਕਿ ਲੋਕ ਕਹਿੰਦੇ ਨੇ ਕਾਮਯਾਬੀਆਂ ਚਾਹੀਦੀਆਂ ਸਾਨੂੰ, ਆਪਣਾ ਹੱਸਦਾ ਵਸਦਾ ਤੰਦਰੁਸਤ ਪੰਜਾਬ ਅਤੇ ਭਾਰਤ ਚਾਹੀਦਾ। ਕੀ ਤੁਸੀਂ ਇਹ ਦੇ ਸਕੋਗੇ? ਕੱਲ੍ਹ ਜਿਹੜਾ 71ਵਾਂ ਜਨਮ ਦਿਨ ਮਨਾਇਆ ਗਿਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ, ਔਰ ਸਿਰ ਸ਼ਰਮ ਨਾਲ ਝੁਕਦਾ ਸੀ ਇਹ ਗੱਲ ਕਹਿੰਦਿਆਂ ਕਿ ਜਿਹੜੇ ਹਿੰਦੁਸਤਾਨ ਦੇ ਨੌਜਵਾਨ ਨੇ, ਭਾਰਤ ਦੇ ਨੌਜਵਾਨ ਨੇ, ਇੰਡੀਆ ਦੇ ਨੌਜਵਾਨ ਨੇ, ਉਹਨਾਂ ਨੇ ਇਸ ਦਿਨ ਨੂੰ ਅਨਐਮਪਲਾਇਮੈਂਟ ਡੇ ਦੇ ਵਿੱਚ ਜਿਹੜਾ ਇਹ ਰੰਗ ਕੇ, ਇਸ ਨੂੰ ਸਮਝ ਕੇ, ਇਸ ਨੂੰ ਸੋਚ ਕੇ ਅਨਐਮਪਲਾਇਮੈਂਟ ਡੇ ਮਨਾਇਆ। ਪ੍ਰਧਾਨ ਮੰਤਰੀ ਮੋਦੀ ਜੀ ਵੀ ਇਸ ਜਿਹੜੀ ਹੈ 71ਵੇਂ ਜਨਮ ਦਿਨ ਦੇ ਜਿਹੜੇ ਇਸ਼ਾਰੇ ਕੀਤੇ ਨੇ, ਦੇਸ਼ ਦੇ ਜਵਾਨਾਂ ਨੇ ਕੀਤੇ ਨੇ, ਦੇਸ਼ ਦੇ ਨੌਜਵਾਨ ਵਰਗ ਨੇ ਕੀਤੇ ਨੇ, ਉਹ ਵੀ ਉਹਨਾਂ ਲਈ ਖਤਰੇ ਦੀ ਘੰਟੀ ਹੈ। ਅੱਜ ਤੁਸੀਂ ਦੇਖੋ ਅਨਿਲ ਵਿਜ ਜਿਹੜੇ ਨੇ ਹੋਮ ਮਿਨਿਸਟਰ ਨੇ, ਕਿੱਥੋਂ ਦੇ? BJP ਦੀ ਸਰਕਾਰ ਦੇ ਹਰਿਆਣਾ ਦੇ ਵਿੱਚ। ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਤੂਫਾਨ ਨੇ ਇਸ ਤਰ੍ਹਾਂ ਦਾ ਕੰਮ ਪੈਦਾ ਕਰ ਦਿੱਤਾ ਕਿ ਜਦੋਂ ਜਹਾਜ਼ ਡੁੱਬਦਾ ਹੁੰਦਾ ਉਹਦੇ ਵਿੱਚੋਂ ਕਈ ਲੋਕ ਨਿਕਲਣੇ ਸ਼ੁਰੂ ਹੋ ਜਾਂਦੇ ਆ। ਪਰ ਅਨਿਲ ਵਿਜ ਜੀ ਨੂੰ ਇਹ ਨਹੀਂ ਪਤਾ ਲੱਗਿਆ ਕਿ ਜਦੋਂ ਬੰਗਾਲ ਦੇ ਵਿੱਚ ਇਲੈਕਸ਼ਨ ਸੀ ਤੇ ਕਿੰਨੇ ਲੋਕ ਤੁਸੀਂ ਇੰਪੋਰਟ ਕੀਤੇ ਸੀ। ਮੈਂ ਇੰਪੋਰਟ ਵਰਡ ਯੂਜ਼ ਇਸ ਲਈ ਕਰ ਰਿਹਾ ਕਿ ਅਨਿਲ ਵਿਜ ਜੀ ਨੂੰ ਸਮਝ ਲੱਗ ਜਾਏਗੀ ਇਸ ਚੀਜ਼ ਦੀ, ਕਿਉਂਕਿ ਉਹ ਐਕਸਪੋਰਟ ਇੰਪੋਰਟ ਨਾਲ ਜ਼ਿਆਦਾ ਜਿਹੜਾ ਉਹ ਤਲਕ ਰੱਖਦੇ ਹੋਣਗੇ। ਅਤੇ ਉਹ ਤੁਹਾਡੀ ਉੱਥੇ ਕਿੱਡੀ ਵੱਡੀ ਸਰਕਾਰ ਬਣੀ, ਜਿਹੜੀ ਮਮਤਾ ਬੈਨਰਜੀ ਦੀ ਜਿਹੜੀ ਇੱਕ ਸਾਦਗੀ ਸੀਗੀ, ਲੋਕਾਂ ਨੇ ਉਸ ਨੂੰ ਵੋਟ ਪਾਈ ਹੈ, ਉਸ ਦੇ ਕੰਮ ਨੂੰ ਵੋਟ ਪਾਈ ਹੈ। ਲੋਕ ਕੰਮ ਚਾਹੁੰਦੇ ਨੇ, ਲੋਕ ਜੁਮਲੇ ਨਹੀਂ ਚਾਹੁੰਦੇ। ਅਨਿਲ ਵਿਜ ਜੀ ਜਰਾ ਇਸ ਗੱਲ 'ਤੇ ਧਿਆਨ ਦਿਓ। ਤੁਹਾਡੀ ਸਰਕਾਰ ਨੂੰ ਇਹ ਹੀ ਨਹੀਂ ਪਤਾ ਵੀ ਸੁਗਾਤ ਦਾ ਕੀ ਮੀਨਿੰਗ ਹੁੰਦਾ। ਸੁਗਾਤ ਹੁੰਦੀ ਹੈ ਜਿਹੜੀ ਆਪਣੀ ਜੇਬ ਵਿੱਚੋਂ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਪੈਸਿਆਂ ਨਾਲ ਖਰੀਦ ਕੇ ਕਿਸੇ ਮਿੱਤਰ ਸੱਜਣ ਨੂੰ ਪਿਆਰ ਸਹਿਤ ਭੇਟ ਕੀਤੀ ਜਾਏ। ਸੁਗਾਤ ਉਹ ਹੁੰਦੀ ਹੈ ਜੋ ਮੈਂ ਸਮਝਦਾ ਵਕੀਲ ਦੇ ਤੌਰ 'ਤੇ। ਸੁਗਾਤ ਉਹ ਨਹੀਂ ਹੁੰਦੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਕਿਸੇ ਸਕੀਮ ਨੂੰ ਲਾਂਚ ਕਰ ਰਹੇ ਹੋ ਤੁਸੀਂ ਅਤੇ ਮਨੋਹਰ ਦੀ ਮਨੋਹਰ ਸੁਗਾਤ। ਇਹ ਕਿਹੜੀ ਸੁਗਾਤ ਹੈ ਤੁਹਾਡੀ? ਇਸ ਗੱਲ ਦਾ ਜਵਾਬ ਦਿਓਗੇ ਤੁਸੀਂ ਅਨਿਲ ਵਿਜ ਜੀ? ਜਰਾ ਇਸ ਗੱਲ ਦਾ ਜਵਾਬ ਜੇ ਧਨਖੜ ਸਾਹਿਬ ਵੀ ਦੇਣ, BJP ਦੇ ਪ੍ਰਧਾਨ
ਹਰਿਆਣਾ ਹਰਿਆਣਾ ਦੇ ਵਿੱਚ ਹਰਿਆਣਾ ਸਰਕਾਰ ਦੇ ਵਿੱਚ ਹਰਿਆਣਾ ਬੀਜੇਪੀ ਪਾਰਟੀ ਦੇ ਨੇ, ਤਾਂ ਮੇਰਾ ਖਿਆਲ ਹੈ ਬੜੀ ਵੱਡੀ ਗੱਲ ਹੋਏਗੀ। ਤੁਸੀਂ ਇਹ ਦੇਖੋ, ਗੁਆਂਢੀ ਰਾਜ ਹਿਮਾਚਲ ਹੈ, ਉਹ ਵੀ ਇਸ ਸ਼ਿਕਾਰ ਦੀ ਭੇਟ ਚੜ੍ਹ ਗਿਆ। ਇੱਕੋ ਸਮਾਂ ਸੀ ਜਦੋਂ ਮੋਦੀ ਜੀ ਨੇ ਇਹ ਕਿਹਾ ਸੀ 70 ਸਾਲ ਤੋਂ ਉੱਤੇ ਦੀ ਉਮਰ ਵਾਲੇ ਜਿਹੜੇ ਨੇ ਪੋਲੀਟੀਸ਼ੀਅਨ, ਉਹਨਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ। ਅਤੇ ਮੋਦੀ ਸਾਹਿਬ ਨੇ ਕੱਲ੍ਹ ਇਹ ਤਾਂ ਦੱਸਿਆ ਨਹੀਂ ਵੀ ਮੈਂ 71ਵੇਂ ਸਾਲ ਵਿੱਚ ਵੜ ਗਿਆ ਅਤੇ ਮੈਂ ਕਿਉਂ ਨਹੀਂ ਰਿਟਾਇਰ ਹੋ ਰਿਹਾ। ਮੋਦੀ ਸਾਹਿਬ ਨੇ ਇਹ ਨਹੀਂ ਦੱਸਿਆ ਤੁਹਾਨੂੰ। ਇਹ ਕਿਹੋ ਜਿਹਾ ਜਿਹੜਾ ਹਿੰਦੁਸਤਾਨ ਦੇ ਵਿੱਚ ਦੋ ਧਾਰਾ ਹਥਿਆਰ ਚਲਾਇਆ ਜਾ ਰਿਹਾ ਹੈ, ਕਿਸ ਤਰ੍ਹਾਂ ਦੀ ਇਹ ਟੈਸਟਿੰਗ ਕੀਤੀ ਜਾ ਰਹੀ ਹੈ ਦੇਸ਼ ਦੇ ਲੋਕਾਂ 'ਤੇ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਨੇ। ਮੋਦੀ ਸਾਹਿਬ, ਬੀਜੇਪੀ ਸਰਕਾਰ, ਔਰ ਮੈਂ ਹਰ ਸਰਕਾਰ ਨੂੰ ਇਹ ਕਹਾਂਗਾ, ਬੇਨਤੀ ਕਰਾਂਗਾ, ਦੇਸ਼ ਦੇ ਹਿੱਤ ਜਿਹੜੇ ਨੇ ਲੋਕਤੰਤਰ ਦੇ ਹਿੱਤ ਵਿੱਚ ਨੇ, ਅਤੇ ਲੋਕਤੰਤਰ ਤਾਂ ਹੀ ਮਜ਼ਬੂਤ ਹੈ ਜੇ ਦੇਸ਼ ਦੇ ਹਿੱਤ ਮਜ਼ਬੂਤ ਨੇ। ਜੁਮਲੇ ਨਾ ਮਾਰੋ, ਸੁਗਾਤਾਂ ਝੂਠੀਆਂ ਨਾ ਦਿਓ, ਕੋਈ ਕੰਮ ਐਸੇ ਕਰਕੇ ਦਿਖਾ ਦਿਓ। ਅੱਜ ਜੇ ਕੈਪਟਨ ਸਾਹਿਬ ਦੀ ਜਿਹੜੀ ਨਾਕਾਮੀ ਜਿਹੜੀ ਉਹਨਾਂ ਦੇ ਸਾਹਮਣੇ ਆਈ ਹੈ, ਉਹ ਨਾਕਾਮੀ ਕੀ ਹੈ? ਬਰਗਾੜੀ ਕਾਂਡ ਦੇ ਵਿੱਚ ਐਡਵੋਕੇਟ ਜਨਰਲ ਪੰਜਾਬ ਜਿਹੜਾ, ਉਹਦੀ ਬੁਰੀ ਤਰ੍ਹਾਂ ਨਾਕਾਮੀ ਰਹੀ ਹੈ। ਉਸ ਦੇ ਲੀਗਲ ਕੇਸਾਂ ਨੂੰ ਕਿਸੇ ਵੀ ਤਰ੍ਹਾਂ ਸਹੀ ਸਿੱਟੇ 'ਤੇ ਪਹੁੰਚਾਉਣ ਲਈ ਮਾਨਯੋਗ ਹਾਈ ਕੋਰਟ ਨੂੰ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਕਿਸੇ ਵੀ ਸਹੀ ਦਿਸ਼ਾ ਨਿਰਦੇਸ਼ 'ਤੇ ਪਹੁੰਚਣ ਲਈ ਅਸਿਸਟ ਕਰਨ ਲਈ। ਅੱਜ ਜੇ ਤੁਸੀਂ ਦੇਖੋ, ਅਟੁਲ ਨੰਦਾ ਐਡਵੋਕੇਟ ਜਨਰਲ ਪੰਜਾਬ ਨੇ, ਉਹਨਾਂ ਨੇ ਪਿਛਲੇ 4.5 ਸਾਲ ਦੇ ਵਿੱਚ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਉਹਨਾਂ ਲਈ ਦਫ਼ਤਰ ਐਸਟੈਬਲਿਸ਼ ਕੀਤਾ ਹੋਇਆ, ਉਹਦੇ ਵਿੱਚ ਕਦੀ ਵੜ ਕੇ ਨਹੀਂ ਵੇਖਿਆ। ਉਹ ਆਪਣਾ ਜਿਹੜਾ ਆਫਿਸ ਹੈ ਉਹ ਆਪਣੀ ਕੋਠੀ ਵਿੱਚੋਂ ਚਲਾਉਂਦੇ ਨੇ ਜਾਂ ਕਿਸੇ ਕੈਂਪ ਆਫਿਸ ਤੋਂ ਚਲਾਉਂਦੇ ਨੇ, ਜਾਂ ਉਹ ਅਵੇਲੇਬਲ ਹਨ ਜਾਂ ਨਹੀਂ ਹਨ। ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਵੱਡੀ ਵਜ਼ਾਰਤ ਹੈ ਔਰ ਸਵਾਲ ਹੈ। ਔਰ ਜਿੰਨੇ ਪੰਜਾਬ ਦੇ ਕੇਸ ਹੁੰਦੇ ਨੇ, ਉਹਨਾਂ ਦੇ ਜਿਹੜੇ ਜੋ ਵੀ IAS ਆਫਿਸਰ ਨੇ ਜਾਂ ਜੁਆਇੰਟ ਸੈਕਟਰੀ ਨੇ ਜਾਂ ਡਿਪਟੀ ਸੈਕਟਰੀ ਨੇ ਜਾਂ ਐਡੀਸ਼ਨਲ ਸੈਕਟਰੀ ਨੇ ਜਾਂ ਐਡੀਸ਼ਨਲ ਚੀਫ ਸੈਕਟਰੀ ਨੇ, ਉਹਨਾਂ ਨੂੰ ਮਿਲਣ ਲਈ ਟਾਈਮ ਨਹੀਂ ਮਿਲਦਾ। ਇਹ ਕਿਹੋ ਜਿਹਾ ਐਡਵੋਕੇਟ ਜਨਰਲ ਪੰਜਾਬ ਹੈ? ਜਿਹੋ ਜਿਹਾ ਮੁੱਖ ਮੰਤਰੀ ਉਹੋ ਜਿਹਾ ਐਡਵੋਕੇਟ ਜਨਰਲ ਪੰਜਾਬ। ਅਤੇ ਫਿਰ ਅੱਜ ਦਾ ਦਿਨ ਤਾਂ ਆਉਣਾ ਹੀ ਆਉਣਾ ਸੀ ਨਾ। ਆਮ ਲੋਕਾਂ ਦੀ ਨਾਰਾਜ਼ਗੀ ਜਿਹੜੀ ਹੈ ਤੁਸੀਂ ਮੁੱਲ ਲਈ ਹੈ, ਔਰ ਇਸ ਦਾ ਨਤੀਜਾ ਤੁਹਾਡੇ ਸਾਹਮਣੇ ਆਇਆ। ਇਹ ਗੱਲ ਦੀ ਜੇ ਤੁਸੀਂ ਸਮਝ ਰੱਖੀ ਹੁੰਦੀ, ਅਕਾਲੀ ਦਲ BJP ਦੀ ਜਿਹੜੀ ਸਰਕਾਰ ਪਿਛਲੀ ਗਈ ਹੈ, ਤਾਂ ਮੇਰਾ ਖਿਆਲ ਹੈ ਕਿ ਤੁਹਾਨੂੰ ਅੱਜ ਇਹ ਦਿਨ ਨਹੀਂ ਦੇਖਣਾ ਪੈਂਦਾ ਸੀ। ਮੈਂ ਵੀ ਬੜੇ ਦੁਖੀ ਹਿਰਦੇ ਨਾਲ ਤੁਹਾਨੂੰ ਕਹਿ ਰਿਹਾ, ਭਾਵੇਂ ਤੁਸੀਂ ਮੈਨੂੰ ਵਿਹਲਾ ਵਕੀਲ ਕਿਹਾ ਸੀ, ਪਰ ਮੈਂ ਵੀ ਤੁਹਾਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਵਿਹਲੇ ਮੁੱਖ ਮੰਤਰੀ ਹੋਈ ਰਹੇ ਹੋ, ਹੋਰ ਕੱਖ ਨਹੀਂ ਕੀਤਾ। ਜੇ ਤੁਸੀਂ ਕੋਈ ਕੰਮ ਕੀਤਾ ਹੁੰਦਾ ਤੇ ਅੱਜ ਦਾ ਦਿਨ ਇਹ ਤੁਹਾਡੇ ਸਾਹਮਣੇ ਨਾ ਆਉਂਦਾ। ਅੱਜ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ, ਤੁਸੀਂ 17 OSD ਲਗਾਏ, ਆਫਿਸਰ ਔਨ ਸਪੈਸ਼ਲ ਡਿਊਟੀ, ਉਹਨਾਂ ਨੇ ਕੀ ਤੁਹਾਡੇ ਲਈ ਕੰਮ ਕੀਤਾ? ਔਰ ਨਜਾਇਜ਼ ਤੌਰ 'ਤੇ ਲਗਾਏ, ਪੰਜਾਬ ਦੇ ਖਜ਼ਾਨੇ ਦੀ ਲੁੱਟ ਕੀਤੀ। ਔਰ ਮੈਂ ਇੱਥੇ ਬੇਨਤੀ ਕਰਦਾ, ਜਿਹੜੇ ਅੱਜ 2-3 ਜਿਹੜੇ ਵੀ ਸੁਰੇਸ਼ ਕੁਮਾਰ ਜੀ ਨੇ, ਉਹਨਾਂ ਨੇ ਅਸਤੀਫਾ ਦਿੱਤਾ ਤੁਹਾਡੇ ਨਾਲ, ਕੈਪਟਨ ਸੰਧੂ ਨੇ ਅਸਤੀਫਾ ਦਿੱਤਾ ਤੁਹਾਡੇ ਨਾਲ, ਵਫਾਦਾਰੀ ਜ਼ਰੂਰ ਦਿਖਾਈ ਹੈ ਤੁਹਾਡੇ ਨਾਲ, ਲੇਕਿਨ ਉਹਨਾਂ ਨੇ ਪੰਜਾਬ ਦੇ ਲੋਕਾਂ ਪ੍ਰਤੀ ਵਫਾਦਾਰੀ ਨਹੀਂ ਦਿਖਾਈ। ਪੰਜਾਬ ਦੇ ਲੋਕਾਂ ਦੀ ਜਿਹੜੀ ਸੋਚ ਹੈ, ਸੂਝਵਾਨਤਾ ਹੈ, ਜਿਹੜੀ ਅੱਜ ਇਹ ਮੰਗ ਕਰਦੀ ਹੈ ਕਿ ਤੁਸੀਂ ਘੱਟੋ ਘੱਟ ਇੰਨਾ ਕੁ ਕੰਮ ਜ਼ਰੂਰ ਕਰ ਦਿਓ ਸਾਡੇ ਹਿੱਤਾਂ ਲਈ। ਸਾਡੇ ਬੱਚਿਆਂ ਨੂੰ ਨਾ ਨੌਕਰੀਆਂ ਲਈ ਧੱਕੇ ਖਾਣੇ ਪੈਣ, ਨਾ ਵਿਦੇਸ਼ਾਂ ਵਿੱਚ ਜਾ ਕੇ ਧੱਕੇ ਖਾਣੇ ਪੈਣ। ਇੱਕ ਸੰਯੁਕਤ ਪਰਿਵਾਰਾਂ ਦੀ ਜਿਹੜੀ ਲੋਅ ਹੈ ਉਹ ਲੱਗੀ ਰਵੇ, ਲੋਅ ਉੱਪਰ ਹੁੰਦੀ ਰਵੇ, ਲੋਅ ਟਿਮਟਮਾਵੇ ਨਾ, ਉਹ ਲੋਅ ਬੁੱਝੇ ਨਾ ਕਦੀ। ਇਹ ਪੰਜਾਬ ਦੇ ਲੋਕਾਂ ਦੀ ਸੋਚ ਹੈ, ਪੰਜਾਬ ਦੇ ਲੋਕਾਂ ਦੀ ਜਿਹੜੀ ਹੈ ਡਿਮਾਂਡ ਹੈ। ਔਰ ਇਹ ਜਿਹੜੀ ਆ ਰਹੀ ਇਲੈਕਸ਼ਨ ਹੈ 2022 ਦਾ, ਇਹ ਇੱਕ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਾਰੇ ਕੰਨ ਖੋਲ੍ਹ ਕੇ ਸੁਣ ਲਓ, ਭਾਵੇਂ ਅਕਾਲੀ ਦਲ ਹੋ, ਭਾਵੇਂ BJP ਵਾਲੇ ਹੋ, ਭਾਵੇਂ ਆਮ ਆਦਮੀ ਪਾਰਟੀ ਵਾਲੇ ਹੋ, ਭਾਵੇਂ ਕਮਿਊਨਿਸਟ ਪਾਰਟੀ ਹੋ, ਭਾਵੇਂ ਕੋਈ ਵੀ ਪਾਰਟੀ ਹੈ, ਭਾਵੇਂ ਕਾਂਗਰਸ ਪਾਰਟੀ ਹੈ, ਉਹ ਇਹ ਸੋਚ ਸਮਝ ਕੇ ਇਹ ਗੱਲ ਨੂੰ ਵਿਚਾਰੇ ਕਿ ਪੰਜਾਬ ਦੇ ਲੋਕਾਂ ਦਾ ਹਿੱਤ ਪੰਜਾਬ ਲਈ ਹੈ। ਔਰ ਪੰਜਾਬ ਦੇ ਲੋਕਾਂ ਨੇ ਪੰਜਾਬੀ ਤੋਂ ਇਲਾਵਾ ਕਿਸੇ ਨੂੰ ਸਹਿਣ ਨਹੀਂ ਕੀਤਾ। ਇਸ ਗੱਲ ਦਾ ਧਿਆਨ ਰੱਖਣਾ। ਭਾਵੇਂ ਮੁੱਖ ਮੰਤਰੀ ਜਾਖੜ ਸਾਹਿਬ ਆਉਣ, ਜੀ ਆਇਆਂ ਨੂੰ, ਮੋਸਟ ਵੈਲਕਮ। ਔਰ ਉਹ ਇੱਕ ਚੰਗੇ ਔਰ ਸੁਲਝੇ ਹੋਏ ਸੱਜਣ ਨੇ, ਉਹਨਾਂ ਨੇ ਹੀ ਕਾਂਗਰਸ ਸਰਕਾਰ ਨੂੰ ਇਹ ਲੀਹ ਦਿਖਾਈ ਸੀ, ਇਹ ਰਾਹ ਦਿਖਾਈ ਸੀ।
ਮੈਂ ਪ੍ਰਧਾਨਗੀ ਤੋਂ ਵੱਖ ਹੁੰਨਾ ਤਾਂ ਕਿ ਨਵਜੋਤ ਸਿੱਧੂ ਨੂੰ ਉਸ ਪ੍ਰਧਾਨਗੀ ਦੇ ਪਦ ਤੇ ਦਿੱਤਾ ਜਾਵੇ। ਅੱਜ ਜੇ ਉਹਨਾਂ ਦੀ ਕੁਰਬਾਨੀ ਨੂੰ ਇਹ ਸੋਚ ਲਿਆ ਜਾਏ, ਸਮਝ ਲਿਆ ਜਾਏ ਕਿ ਜਿਹੜੇ ਜਾਖੜ ਸਾਹਿਬ ਨੇ, ਸੁਨੀਲ ਜਾਖੜ ਜੀ, ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ, ਤਾਂ ਮੈਨੂੰ ਇਹਦੇ ਵਿੱਚ ਕੋਈ ਗੱਲ ਗਲਤ ਨਹੀਂ ਲੱਗਦੀ। ਅੱਜ ਤੁਹਾਡੇ ਨਾਲ ਗੱਲਾਂ ਇੰਨੀਆਂ ਹੀ ਕਰਨੀਆਂ, ਜ਼ਿਆਦਾ ਨਹੀਂ ਕਰਨੀਆਂ। ਗੱਲਾਂ ਤੁਹਾਡੇ ਕੋਲ ਬਥੇਰੀਆਂ ਆਉਂਦੀਆਂ ਰਹਿਣੀਆਂ, ਕਰਾਂਗੇ ਹੋਰ। ਲੇਕਿਨ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ, ਵੱਧ ਤੋਂ ਵੱਧ ਹਰ ਘਰ ਵਿੱਚ, ਹਰ ਪੋਲੀਟੀਕਲ ਸਰਕਲ ਵਿੱਚ ਪਹੁੰਚਾ ਦੇਣਾ। ਇੰਨੀਆਂ ਗੱਲਾਂ ਨਾਲ ਸਤਿ ਸ੍ਰੀ ਅਕਾਲ।